हाँ, लोक सभा ਦੇ ਵਿੱਚ ਵਿਰੋਧੀਆਂ ਦਾ ਲਿਆਇਆ ਗਿਆ ਬੇਭਰੋਸਗੀ ਮਤਾ ਆਖਰਕਾਰ ਡਿੱਗ ਕਾਂਗਰਸ ਨੂੰ ਚੰਗੀ ਤਰ੍ਹਾਂ ਘੇਰਿਆ, ਪਰਿਵਾਰਵਾਦ ਨੂੰ ਲੈ ਕੇ ਘੇਰਿਆ, ਪਿਛਲੀਆਂ ਜੋ ਗਲਤੀਆਂ ਹੋਈਆਂ ਉਸ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ। ਆਉਣ ਵਾਲੇ 2027 ਤੱਕ ਭਾਰਤ ਦੀ ਅਰਥਵਿਵਸਥਾ ਤੀਜੇ ਨੰਬਰ ਤੇ ਹੋਏਗੀ। मोदी जी ने जो चीज़ां कही मणिपुर ते भी बोले, पर हालांकि नो ते नहीं बोले, पर मणिपुर ते जरूर बोले। किवें देख प्रधानमंत्री श्री नरेंद्र मोदी जी की जी बॉडी लैंगुएज आ ਉਹਦੇ ਵਿੱਚ ਸ਼ਾਇਦ ਉਹ ਕੌਨਫੀਡੈਂਸ ਨਹੀਂ ਹੈ ਜਿਹੜਾ ਆਪਾਂ 2019 ਦੇ ਵਿੱਚ ਜਾਂ 2014 ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਦੇਖਦੇ ਸੀ। ਇੱਕ ਸਕ੍ਰਿਪਟਡ ਜੀ ਸਪੀਚ ਜਿਹੜੀ ਹੈਗੀ ਹੈ ਨਾ ਉਹ ਪੜ੍ਹੀ ਜਾ ਰਹੀ ਸੀ, ਜਿਹਦੇ ਵਿੱਚ ਕਈ ਪ੍ਰਕਾਰ ਦੇ ਅੰਕੜੇ ਡਾਟੇ ਜਿਹੜੇ ਗਿਣਾਏ ਜਾ ਰਹੇ ਸੀ ਹਿੰਦੁਸਤਾਨ ਦੇ ਵਿਕਾਸ ਦੇ। 2014 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਅਸਫਲਤਾਵਾਂ ਨੇ ਜਾਂ ਜਿਨ੍ਹਾਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਵੀ ਕੋਈ ਕਮੈਂਟਿੰਗ ਹੋਏਗੀ, ਪਰ ਉਸ ਤਰ੍ਹਾਂ ਦੀ ਕੋਈ ਚੀਜ਼ ਦੇਖਣ ਵਾਲੀ ਨਹੀਂ ਹੋਈ। ਡੀਮੋਨਟਾਈਜੇਸ਼ਨ ਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਲੋਕਾਂ ਨੂੰ ਹੋਇਆ, ਆਵਾਮ ਨੂੰ ਹੋਇਆ, ਕਿੰਨਾ ਕੁ ਸਾਡੀ ਦੇਸ਼ ਦੀ ਇਕਨੋਮੀ ਨੂੰ ਹੋਇਆ। ਦੂਸਰੀ ਗੱਲ ਜਿਹੜੀ ਵਿਦੇਸ਼ੀ ਬੈਂਕਾਂ ਤੋਂ ਬਲੈਕ ਮਨੀ ਲੈ ਕੇ ਆਉਣ ਵਾਲੀ ਗੱਲ ਸੀ, ਉਸ ਤਰ੍ਹਾਂ ਦੀ ਕੋਈ ਨੀਤੀ ਜਿਹੜੀ ਹੈ ਲਗਭਗ 10 ਸਾਲ ਦੇ ਆਸ-ਪਾਸ ਦਾ ਸਮਾਂ ਹੋਣ ਵਾਲਾ, 9.5 ਸਾਲ ਦਾ, ਤੇ ਉਹਦੇ ਵਿੱਚ ਉਸ ਤਰ੍ਹਾਂ ਦੇ ਵੀ ਕੋਈ ਅੰਕੜੇ ਜਿਹੜੇ ਉਹਨਾਂ ਨੇ ਪੇਸ਼ ਨਹੀਂ ਕੀਤੇ। ਪ੍ਰਧਾਨ ਮੰਤਰੀ ਸਾਹਿਬ ਜੀ ਜੋ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਸੀ ਕਿ ਗਰੀਬੀ ਲਗਭਗ ਐਲੀਮੀਨੇਟ ਹੋ ਗਈ ਹੈ, ਤੇ ਫਿਰ ਜਿਹੜੇ ਸਕੀਮਾਂ ਦਾ ਉਹ ਵੇਰਵਾ ਦੇ ਰਹੇ ਸੀ ਵੀ ਸਵਾਸਥ ਯੋਜਨਾ ਜਿਹੜੀ ਹੈ ਉਹਦੇ ਵਿੱਚ 300 ਕਰੋੜ ਦੇ ਕਰੀਬ ਗਰੀਬਾਂ ਨੂੰ ਜਿਹੜਾ ਹੈਗਾ ਮਤਲਬ ਰਾਸ਼ੀ ਦਾ ਫਾਇਦਾ ਹੋਇਆ। ਕਿ ਜੇ ਗਰੀਬੀ ਹੀ ਐਲੀਮੀਨੇਟ ਹੋ ਗਈ ਫਿਰ ਆਪਣੀਆਂ ਯੋਜਨਾਵਾਂ ਗਰੀਬਾਂ ਦੇ ਲਈ ਕੀ ਕਰਦੀਆਂ। ਅੱਜ ਜਿਸ ਤਰੀਕੇ ਨਾਲ ਹੈਂਡਲ ਹੋਏ ਨੇ ਇਕਨੋਮਿਕ ਮੈਟਰਸ, ਫਾਈਨੈਂਸ਼ੀਅਲ ਮੈਟਰਸ ਔਰ ਬੈਂਕਿੰਗ ਮੈਟਰਸ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਆਰਥਿਕ ਤੌਰ ਦੇ ਉੱਤੇ ਜਿੰਨਾ ਉਮੀਦ ਸੀ ਲੋਕਾਂ ਨੂੰ ਇਸ ਸਰਕਾਰ ਤੋਂ, ਸ਼ਾਇਦ ਉਨੀ ਸੰਤੁਸ਼ਟੀ ਲੋਕਾਂ ਨੂੰ ਨਹੀਂ ਹੋਈ ਹੈ। ਇਹ ਅਸਲੀ ਸੱਤਾ ਦੀ ਚਾਬੀ ਜਿਹੜੀ ਹੈਗੀ ਹੈ ਨਾ ਉਹ ਹੈਗੀ ਆ ਹਿੰਦੁਸਤਾਨ ਦੇ ਆਵਾਮ ਦੇ ਕੋਲੇ। 2024 ਦੀਆਂ ਚੋਣਾਂ ਦੇ ਵਿੱਚ ਮਣੀਪੁਰ ਦਾ ਅਸਰ ਬਹੁਤ ਦੂਰਗਾਮੀ ਪਏਗਾ ਔਰ ਕੇਵਲ ਜਿਹੜਾ ਹੈਗਾ ਚੀਫ ਸੈਕਟਰੀ ਔਰ ਡੀਜੀਪੀ ਨੂੰ ਰਿਪਲੇਸ ਕਰਨ ਦੇ ਨਾਲ ਅਸੀਂ ਮੱਲਮ ਪੱਟੀ ਨਹੀਂ ਲਗਾ ਸਕਦੇ। सत श्री अकाल, मैं ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਪਿੰਡਦਾ ਵੇ। ਜੀ ਹਾਂ, ਲੋਕ ਸਭਾ ਦੇ ਵਿੱਚ ਵਿਰੋਧੀਆਂ ਦਾ ਲਿਆਇਆ ਗਿਆ ਬੇਭਰੋਸਗੀ ਮਤਾ ਆਖਰਕਾਰ ਡਿੱਗ ਗਿਆ। ਡਿੱਗਦਾ ਵੀ ਸੀ ਕਿਉਂਕਿ ਬਹੁਮਤ ਕੇਂਦਰ ਸਰਕਾਰ ਕੋਲ ਸੀਗਾ। ਅੱਜ ਮੋਦੀ ਜੀ ਬੋਲੇ ਤੇ ਬੋਲੇ ਬੜਾ ਦੱਬ ਕੇ ਬੋਲੇ। ਅੱਜ ਉਸੇ ਤੇ ਚਰਚਾ ਰਹੇਗੀ ਕਿ ਕੀ ਬੋਲੇ। ਕਾਂਗਰਸ ਨੂੰ ਚੰਗੀ ਤਰ੍ਹਾਂ ਘੇਰਿਆ, ਪਰਿਵਾਰਵਾਦ ਨੂੰ ਲੈ ਕੇ ਘੇਰਿਆ, ਪਿਛਲੀਆਂ ਜੋ ਗਲਤੀਆਂ ਹੋਈਆਂ ਉਸ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ, ਤੇ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੇ 2027 ਤੱਕ ਭਾਰਤ ਦੀ ਅਰਥਵਿਵਸਥਾ ਤੀਜੇ ਨੰਬਰ ਤੇ ਹੋਏਗੀ। ਇਸੇ ਦੀ ਚਰਚਾ ਕਰਾਂਗੇ ਤੇ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਜਗਮੋਹਨ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਧੰਨਵਾਦ ਸਰ। ਪ੍ਰੋਫੈਸਰ ਸਾਹਿਬ, ਅੱਜ ਆਖਰੀ ਦਿਨ ਸੀ, ਦੇਸ਼ ਨੂੰ ਵੀ ਉਮੀਦ ਸੀ, ਸਾਰੇ ਟਕਟਕੀ ਲਗਾ ਕੇ ਦੇਖ ਰਹੇ ਸੀ ਕਿ ਮੋਦੀ ਜੀ ਕਦੋਂ ਆਉਣਗੇ। ਆਖਰਕਾਰ 5:10 ਤੇ ਮੋਦੀ ਜੀ ਸ਼ੁਰੂ ਹੁੰਦੇ ਨੇ ਤੇ ਸ਼ੁਰੂ ਇਹੋ ਜਿਹਾ ਹੁੰਦੇ ਨੇ ਕਿ ਆਖਰਕਾਰ ਫਿਰ ਵਿਰੋਧੀਆਂ ਨੂੰ ਵਾਕਆਊਟ ਤੱਕ ਕਰਨਾ ਪੈ ਜਾਂਦਾ। ਸਾਰੇ ਘਟਨਾਕ੍ਰਮ ਦਾ ਅੱਜ ਕੀ ਦੇਖਦੇ ਹੋ? ਮੋਦੀ ਜੀ ਨੇ ਜੋ ਚੀਜ਼ਾਂ ਕਹੀਆਂ ਮਣੀਪੁਰ ਤੇ ਵੀ ਬੋਲੇ, ਪਰ ਹਾਲਾਂਕਿ ਨੋ ਤੇ ਨਹੀਂ ਬੋਲੇ, ਪਰ ਮਣੀਪੁਰ ਤੇ ਜ਼ਰੂਰ ਬੋਲੇ। ਕਿਵੇਂ ਦੇਖਦੇ ਹੋ? ਦੇਖੋ ਸੁਰਿੰਦਰ ਸਿੰਘ ਜੀ, ਜਿਸ ਤਰ੍ਹਾਂ ਦਾ ਬ੍ਰੌਡਕਾਸਟਿੰਗ ਉਹਨਾਂ ਦੇ ਸਾਹਮਣੇ ਆਈ ਹੈ ਮੋਦੀ ਸਾਹਿਬ ਦੀ, ਉਹਦੇ ਵਿੱਚ 2-4 ਚੀਜ਼ਾਂ ਜਿਹੜੀਆਂ ਨੇ ਬੜੀ ਪ੍ਰੋਮੀਨੈਂਟ ਰੂਪ ਦੇ ਵਿੱਚ ਸਾਹਮਣੇ ਆਈਆਂ ਨੇ। ਇੱਕ ਤਾਂ ਮੈਂ ਇਹ ਦੇਖ ਰਿਹਾ ਸੀ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਬॉडी ਲੈਂਗੁਏਜ ਆ ਉਹਦੇ ਵਿੱਚ ਸ਼ਾਇਦ ਉਹ ਕੌਨਫੀਡੈਂਸ ਨਹੀਂ ਹੈ ਜਿਹੜਾ ਆਪਾਂ 2019 ਦੇ ਵਿੱਚ ਜਾਂ 2014 ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਦੇਖ ਰਹੇ ਸੀ। ਉਹ ਆਪਣੀ ਗੱਲਬਾਤ ਦੇ ਦੌਰਾਨ ਵੀ ਜਿਹੜੇ ਮਾਣਯੋਗ ਮੈਂਬਰਸ ਉਹਨਾਂ ਦੇ ਸਾਹਮਣੇ ਬੈਠੇ ਸੀ ਉਹਨਾਂ ਨਾਲ ਆਈ ਟੂ ਆਈ ਕੰਟੈਕਟ ਬਹੁਤ ਘੱਟ ਸੀ, ਤੇ ਇੱਕ ਸਕ੍ਰਿਪਟਡ ਜੀ ਸਪੀਚ ਜਿਹੜੀ ਹੈਗੀ ਹੈ ਨਾ ਉਹ ਪੜ੍ਹੀ ਜਾ ਰਹੀ ਸੀ, ਜਿਹਦੇ ਵਿੱਚ ਕਈ ਪ੍ਰਕਾਰ ਦੇ ਅੰਕੜੇ ਡਾਟੇ ਜਿਹੜੇ ਗਿਣਾਏ ਜਾ ਰਹੇ ਸੀ ਹਿੰਦੁਸਤਾਨ ਦੇ ਵਿਕਾਸ ਦੇ। ਕੁਝ ਹੱਦ ਤੱਕ ਚਲੋ ਆਪਾਂ ਇਹ ਮੰਨ ਲੈਂਦੇ ਹਾਂ ਕਿ ਉਹਨਾਂ ਅੰਕੜਿਆਂ ਦੇ ਵਿੱਚ ਕਾਫੀ ਤੱਥਗਤ ਅੰਕੜੇ ਹੋਣਗੇ ਉਹ, ਲੇਕਿਨ ਕਈ ਚੀਜ਼ਾਂ ਐਸੀਆਂ ਸੀਗੀਆਂ ਜਿਨ੍ਹਾਂ ਦੇ ਬਾਰੇ ਵਿੱਚ ਉਮੀਦ ਸੀਗੀ ਕਿ ਉਹ ਸ਼ਾਇਦ ਇਹ ਵੀ ਐਕਸਪਲੇਨ ਕਰਨਗੇ ਕਿ 2014 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਅਸਫਲਤਾਵਾਂ ਨੇ ਜਾਂ ਜਿਨ੍ਹਾਂ ਚੀਜ਼ਾਂ ਦੇ ਉੱਤੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਬਾਰੇ ਵੀ ਕੋਈ ਕਮੈਂਟਿੰਗ ਹੋਏਗੀ,
ਪਰ ਉਸ ਤਰ੍ਹਾਂ ਦੀ ਕੋਈ ਚੀਜ਼ ਦੇਖਣ ਵਾਲੀ ਨਹੀਂ ਹੋਈ। ਖਾਸ ਤੌਰ ਦੇ ਉੱਤੇ ਡੀਮੋਨਟਾਈਜੇਸ਼ਨ ਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਲੋਕਾਂ ਨੂੰ ਹੋਇਆ, ਆਵਾਮ ਨੂੰ ਹੋਇਆ, ਕਿੰਨਾ ਕੁ ਸਾਡੀ ਦੇਸ਼ ਦੀ ਇਕਨੋਮੀ ਨੂੰ ਹੋਇਆ, ਉਹਦੇ ਬਾਰੇ ਕੋਈ ਸਾਇਲੈਂਸ ਸੀ, ਕੋਈ ਖਾਸ ਗੱਲ ਉਹਦੇ ਵਿੱਚ ਨਹੀਂ ਸਾਹਮਣੇ ਆਈ। ਦੂਸਰੀ ਗੱਲ ਜਿਹੜੀ ਵਿਦੇਸ਼ੀ ਬੈਂਕਾਂ ਤੋਂ ਬਲੈਕ ਮਨੀ ਲੈ ਕੇ ਆਉਣ ਵਾਲੀ ਗੱਲ ਸੀ, ਉਸ ਤਰ੍ਹਾਂ ਦੀ ਕੋਈ ਨੀਤੀ ਜਿਹੜੀ ਹੈ ਲਗਭਗ 10 ਸਾਲ ਦੇ ਆਸ-ਪਾਸ ਦਾ ਸਮਾਂ ਹੋਣ ਵਾਲਾ, 9.5 ਸਾਲ ਦਾ, ਤੇ ਉਹਦੇ ਵਿੱਚ ਉਸ ਤਰ੍ਹਾਂ ਦੇ ਵੀ ਕੋਈ ਅੰਕੜੇ ਜਿਹੜੇ ਉਹਨਾਂ ਨੇ ਪੇਸ਼ ਨਹੀਂ ਕੀਤੇ। ਇੱਕ ਬੜਾ ਹੀ ਮਤਲਬ ਕਿ ਹੈਰਾਨੀਜਨਕ ਅੰਕੜਾ ਉਹਨਾਂ ਵੱਲੋਂ ਕਿਹਾ ਗਿਆ, ਜਿਹੜਾ ਮੈਨੇ ਸੁਣਿਆ, ਕਿ ਹੁਣ ਦੇਸ਼ ਦੇ ਵਿੱਚ ਗਰੀਬੀ ਜਿਹੜੀ ਹੈ ਲਗਭਗ ਖਤਮ ਆ। ਇਹ ਅੰਕੜਾ ਮੈਨੂੰ ਬੜਾ ਹੈਰਾਨੀਜਨਕ ਲੱਗਿਆ। ਮੈਨੂੰ ਇਹ ਲੱਗਦਾ ਸੀਗਾ, ਜਾਂ ਮੇਰੀ ਸਮਝ ਇਹ ਗੱਲ ਕਹਿੰਦੀ ਹੈ, ਕਿ ਦੇਸ਼ ਦੇ ਵਿੱਚ ਗਰੀਬੀ ਜ਼ਿਆਦਾ ਹੋ ਗਈ ਹੈ ਪਹਿਲਾਂ ਦੇ ਨਾਲੋਂ। ਪਰ ਪ੍ਰਧਾਨ ਮੰਤਰੀ ਸਾਹਿਬ ਜੀ ਜੋ ਆਪਣੀ ਸਪੀਚ ਦੇ ਵਿੱਚ ਕਹਿ ਰਹੇ ਸੀ ਕਿ ਗਰੀਬੀ ਲਗਭਗ ਐਲੀਮੀਨੇਟ ਹੋ ਗਈ ਹੈ, ਤੇ ਫਿਰ ਜਿਹੜੀ ਸਕੀਮਾਂ ਦਾ ਉਹ ਵੇਰਵਾ ਦੇ ਰਹੇ ਸੀ ਵੀ ਸਵਾਸਥ ਯੋਜਨਾ ਜਿਹੜੀ ਹੈ ਉਹਦੇ ਵਿੱਚ ਲਗਭਗ ਜਿਹੜਾ ਹੈਗਾ ਉਹ 300 ਕਰੋੜ ਦੇ ਕਰੀਬ ਗਰੀਬਾਂ ਨੂੰ ਜਿਹੜਾ ਹੈਗਾ ਮਤਲਬ ਰਾਸ਼ੀ ਦਾ ਫਾਇਦਾ ਹੋਇਆ। ਔਰ ਜਿਹੜਾ ਦੂਸਰੇ ਜਿਹੜੇ ਹੋਰ ਸਿਹਤ ਦੀਆਂ ਯੋਜਨਾਵਾਂ ਨੇ ਉਹ ਵੀ ਗਰੀਬਾਂ ਦੇ ਲਈ ਨੇ। ਵੀ ਜੇ ਗਰੀਬੀ ਹੀ ਐਲੀਮੀਨੇਟ ਹੋ ਗਈ, ਫਿਰ ਆਪਣੀਆਂ ਯੋਜਨਾਵਾਂ ਗਰੀਬਾਂ ਦੇ ਲਈ ਕੀ ਕਰਦੀਆਂ ਨੇ। ਸਿਮਿਲਰਲੀ ਜਿਹੜੇ ਹੋਰ ਮੈਟਰ ਸੀਗੇ ਜਿਹੜੇ ਉਹਨਾਂ ਨੇ ਗਿਣਾਏ ਹੈਗੇ ਆ ਵੀ ਗਰੀਬਾਂ ਦੇ ਵਾਸਤੇ ਜਿਹੜੇ ਆ ਉਹ ਜਿਹੜੇ ਆ ਸਰਕਾਰ ਨੇ ਕੰਮ ਕੀਤਾ, ਤੇ ਉਹਦੇ ਸੰਬੰਧ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਲੱਗਦਾ ਕਿ ਜਦੋਂ ਗਰੀਬੀ ਮੁੱਕ ਗਈ ਹੈ ਫਿਰ ਸਾਡੀਆਂ ਵੈਲਫੇਅਰ ਯੋਜਨਾਵਾਂ ਕਿਹਨਾਂ ਦੇ ਵਾਸਤੇ ਅਸੀਂ ਰਚੀਆਂ ਜਾ ਰਹੀਆਂ ਨੇ। ਇਹ ਪ੍ਰੋਜੈਕਸ਼ਨ ਉਹਨਾਂ ਨੇ ਜ਼ਰੂਰ ਕੀਤੀ ਹੈ ਲੰਬੇ ਸਮੇਂ ਵਾਲੀ, ਕਿ ਹੁਣ ਜਿਹੜੀ ਹੈਗੀ ਆ 5ਵੇਂ ਪੱਧਰ ਦੀ ਇਕਨੋਮੀ ਆ, ਔਰ ਉਸ ਤੋਂ ਪਹਿਲਾਂ ਜਿਹੜੀ ਸਾਡੀ ਇਕਨੋਮੀ ਸੀਗੀ ਕਾਂਗਰਸ ਦੇ ਜਾਂ ਯੂਪੀਏ ਦੇ ਰਜੀਮ ਦੇ ਵੇਲੇ ਉਹ ਬਹੁਤ ਪਿੱਛੇ ਗਿਰੀ ਹੋਈ ਸੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਗਭਗ ਅਸੀਂ ਤੀਜੇ ਵੱਡੀ ਇਕਨੋਮੀ ਜਿਹੜੀ ਹੈਗੀ ਉਹ ਬਣਨ ਜਾ ਰਹੇ ਹਾਂ। ਇਹ ਇੱਕ ਪ੍ਰੋਜੈਕਟਡ ਇੱਕ ਤਰੀਕੇ ਦਾ ਆਪਾਂ ਕਹਿ ਲਓ ਅਨੁਮਾਨ ਹੈਗਾ, ਤੇ ਇਹ ਬਣਾਂਗੇ ਕਿ ਨਹੀਂ ਬਣਾਂਗੇ ਉਹ ਬਾਅਦ ਦੀ ਗੱਲ ਹੈ, ਲੇਕਿਨ ਟੀਚਾ ਜ਼ਰੂਰ ਹੋ ਸਕਦਾ, ਇੱਕ ਮਨੋਰਥ ਜਿਹੜਾ ਹੈਗਾ ਉਹ ਜ਼ਰੂਰ ਹੋ ਸਕਦਾ। ਲੇਕਿਨ ਕੁਝ ਹੋਰ ਗੱਲਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੋਈ ਖਾਸ ਵੇਰਵੇ ਨਹੀਂ ਦਿੱਤੇ। ਜਿਵੇਂ ਫਾਰ ਐਗਜ਼ਾਮਪਲ ਦੇਸ਼ ਦੇ ਵਿੱਚ ਜਿੰਨੀਆਂ ਐਥਨਿਕ ਵਾਇਲੈਂਸਿਸ ਹੋਈਆਂ ਨੇ, ਜਿੰਨੀਆਂ ਕਮਿਊਨਲ ਵਾਇਲੈਂਸਿਸ ਹੋਈਆਂ ਨੇ, ਤੇ ਜਿਹੜੇ ਹੋਰ ਇਸ ਤਰ੍ਹਾਂ ਦੇ ਜਿਹੜੇ ਇੱਕ ਤਰੀਕੇ ਨਾਲ ਦੇਸ਼ ਦੀ ਸੋਵਰਨਟੀ ਦੇ ਨਾਲ ਸੰਬੰਧਿਤ ਇਸ਼ੂਜ਼ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕੋਈ ਬਹੁਤੀ ਗੱਲਬਾਤ ਨਹੀਂ ਕੀਤੀ। ਹਾਂ, ਜਿਹੜਾ ਟਾਰਗੇਟ ਸੀ ਉਹਨਾਂ ਦਾ ਅਟੈਕ ਦਾ ਉਹ ਕਾਂਗਰਸ ਹੀ ਰਹੀ ਆ। ਤੋਂ ਇੱਕ ਤਰੀਕੇ ਨਾਲ ਜਿਹੜੇ ਉਹਨਾਂ ਦੇ ਨਾਲ ਹੋਰ ਛੋਟੇ ਦਲ ਨੇ ਜਿਹੜੇ ਇੰਡੀਆ ਗਠਬੰਧਨ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਉੱਤੇ ਇੰਨਾ ਜਿਹੜਾ ਹੈਗਾ ਫੋਕਸ ਨਹੀਂ ਸੀ। ਸਕੈਚਿੰਗ ਅਟੈਕ ਜਿਹੜਾ ਸੀ ਉਹਨਾਂ ਦਾ ਉਹ ਕਾਂਗਰਸ ਦੇ ਉੱਤੇ ਸੀ, ਜਿਸ ਤੋਂ ਇਹ ਲੱਗਦਾ ਹੈਗਾ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਪਰਸੈਪਸ਼ਨ ਇਹ ਹੈਗੀ ਆ ਕਿ ਕਾਂਗਰਸ ਜਿਹੜੀ ਹੈ ਉਹੀ ਉਹਨਾਂ ਨੂੰ ਇੱਕ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਦੇ ਤੌਰ ਦੇ ਉੱਤੇ ਚੁਣੌਤੀ ਦੇਗੀ। ਇਸ ਕਰਕੇ ਉਹਨਾਂ ਨੇ ਆਪਣੀਆਂ ਬਹੁਤ ਸਫਲਤਾਵਾਂ, ਉਪਲਬਧੀਆਂ, ਪ੍ਰਾਪਤੀਆਂ ਬਹੁਤ ਸਾਰੀਆਂ ਗਿਣਾਈਆਂ ਨੇ। ਤੇ ਸਕੈਚਿੰਗ ਅਟੈਕ ਜਿਹੜਾ ਹੈਗਾ ਉਹ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਕਾਂਗਰਸ ਦੇ ਉੱਤੇ ਉਹਨਾਂ ਦਾ ਰਿਹਾ। ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਦਾ ਪਤਾ ਸੀ ਸਾਨੂੰ ਕਿ ਨੋ ਕੌਨਫੀਡੈਂਸ ਮੋਸ਼ਨ ਜਿਹੜਾ ਹੈਗਾ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ। ਲੇਕਿਨ ਇਸ ਸੰਬੰਧ ਦੇ ਵਿੱਚ ਜਿਹੜੀ ਸਾਡੀ ਮਹਾਂ ਸਭਾ ਜੁੜੀ ਆ, ਪਾਰਲੀਮੈਂਟ ਜਿਹੜੀ ਜੁੜੀ ਆ, ਉਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਰ ਬਹੁਤ ਸਬਸਟੈਂਸ਼ੀਅਲ ਹੋਏਗਾ, ਇਸ ਤਰ੍ਹਾਂ ਦਾ ਕੋਈ ਉਲੇਖ ਨਹੀਂ ਹੈ। ਹਾਂ, ਇੰਨਾ ਕਿ ਮੇਰੀ ਨੌਲੇਜ ਦੇ ਵਿੱਚ ਜ਼ਰੂਰ ਹੈਗਾ ਕਿ ਲੋਕ ਸਭਾ ਦੇ ਵਿੱਚ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ, ਤੇ ਜਿਹੜੇ ਬਾਕੀ ਇਲੈਕਸ਼ਨ ਕਮਿਸ਼ਨਰਸ ਨੇ, ਉਹਨਾਂ ਦਾ ਇੱਕ ਬਿੱਲ ਜਿਹੜਾ ਹੈਗਾ ਜ਼ਰੂਰ ਪੇਸ਼ ਹੋਇਆ। ਤੇ ਉਹ ਸਾਡੀ ਡੈਮੋਕ੍ਰੇਸੀ ਦੇ ਲਈ, ਸਾਡੇ ਦੇਸ਼ ਦੇ ਲਈ, ਗਲੋਬ ਦੇ ਉੱਤੇ ਜਿਹੜਾ ਹਿੰਦੁਸਤਾਨ ਦੀ ਦਿੱਖ ਆ ਉਸ ਦੇ ਲਈ ਉਹ ਇੱਕ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈਗੀ ਆ। ਲੇਕਿਨ ਉਸ ਇੰਸਟੀਟਿਊਸ਼ਨ ਦੀ ਇੰਡੀਪੈਂਡੈਂਸ ਜਿਹੜੀ ਹੈਗੀ ਆ ਉਸ ਬਿੱਲ ਦੇ ਵਿੱਚ ਲੱਗਦਾ ਇਸ ਤਰ੍ਹਾਂ ਹੈਗਾ, ਪਬਲਿਕ ਓਪੀਨੀਅਨ ਇਹ ਹੈਗੀ ਆ ਕਿ ਉਹ ਸੀਰੀਅਸਲੀ ਕੁਐਸਚਨਡ ਆ, ਕਿਉਂਕਿ ਉਹਦੇ ਵਿੱਚ ਦੋ ਜਿਹੜੇ ਪ੍ਰਮੁੱਖ ਹਸਤੀਆਂ ਨੇ, ਇੱਕ ਪ੍ਰਧਾਨ ਮੰਤਰੀ ਜੀ ਔਰ ਇੱਕ ਹੋਰ ਬੰਦਾ ਰੂਲਿੰਗ ਡਿਸਪੈਂਸੇਸ਼ਨ ਤੋਂ ਹੋਏਗਾ, ਤੇ ਇੱਕ ਲੀਡਰ ਆਫ ਆਪੋਜੀਸ਼ਨ ਪਾਰਟੀ ਹੋਏਗਾ। ਤੋਂ ਉਹਦੇ ਵਿੱਚ ਜਿਹੜੀ ਪਹਿਲਾਂ ਕਮੇਟੀ ਕੰਮ ਕਰ ਰਹੀ ਸੀ, ਜਿਹਦੇ ਵਿੱਚ ਸਾਡੇ ਚੀਫ ਜਸਟਿਸ ਆਫ ਇੰਡੀਆ ਹੁੰਦੇ ਸੀਗੇ, ਉਸ ਨੂੰ ਇਸ ਬਿੱਲ ਦੇ ਵਿੱਚੋਂ ਐਲੀਮੀਨੇਟ ਕਰ ਦਿੱਤਾ ਗਿਆ, ਤੇ ਇੱਕ ਹੋਰ ਰੂਲਿੰਗ ਡਿਸਪੈਂਸੇਸ਼ਨ ਦਾ ਜਿਹੜੀ ਹੈਗੀ ਆ ਵਿਅਕਤੀਤਵ, ਸ਼ਖਸੀਅਤ ਜਿਹੜੀ ਆ ਉਸ ਨੂੰ ਸ਼ਾਮਲ ਕਰ ਲਿਆ ਗਿਆ। ਇਹਦਾ ਮਤਲਬ ਹੈਗਾ ਕਿ ਇਹਦੇ ਵਿੱਚ ਟੋਟਲੀ ਜਿਹੜਾ ਹੈ ਐਗਜ਼ੈਕਟਿਵ ਦੀ ਜਿਹੜੀ ਹੈਗੀ ਆ ਕੰਪੋਜੀਸ਼ਨ ਹੋਏਗੀ, ਤੇ ਦੋ ਬੰਦੇ ਰੂਲਿੰਗ ਦੇ ਵਿੱਚੋਂ ਹੋਣ ਕਰਕੇ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹਦੀ ਇੰਡੀਪੈਂਡੈਂਸ ਹੋਏਗੀ, ਬਣੇਗੀ, ਰਹਿ ਸਕੇਗੀ, ਨਹੀਂ ਰਹਿ ਸਕੇਗੀ। ਔਰ ਇਲੈਕਸ਼ਨ ਜਿਹੜੀਆਂ ਨੇ ਉਹੀ ਸਾਡਾ ਸਭ ਤੋਂ ਵੱਡਾ ਡੈਮੋਕ੍ਰੇਸੀ ਦਾ ਔਰ ਫੇਅਰਨੈਸ ਦਾ ਔਰ ਕਨਸਟੀਟਿਊਸ਼ਨਲ ਪ੍ਰੋਪਰੈਰਿਟੀ ਦਾ ਆਧਾਰ ਆ। ਤੇ ਇਹ ਇੱਕ ਬਹੁਤ ਵੱਡੀ ਚੁਣੌਤੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਅਗਰ ਇਹ ਬਿੱਲ ਪਾਸ ਹੋ ਜਾਂਦਾ, ਤੇ ਸਾਡਾ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਇਸ ਐਕਟ ਦੇ ਥੱਲੇ ਜਿਹੜਾ ਹੈਗਾ ਉਹਦੀ ਅਪਾਇੰਟਮੈਂਟ ਹੁੰਦੀ ਹੈ ਤੇ ਫੰਕਸ਼ਨਿੰਗ ਹੁੰਦੀ ਹੈ। ਸੁਰਿੰਦਰ ਸਿੰਘ ਜੀ।
ਬਿਲਕੁਲ ਪ੍ਰੋਫੈਸਰ ਸਾਹਿਬ, ਰਾਹੁਲ ਗਾਂਧੀ ਦੀ ਲਾਂਚਿੰਗ ਨੂੰ ਲੈ ਕੇ ਕਹਿੰਦੇ ਹੁਣ ਦੁਬਾਰਾ ਫਿਰ ਲਾਂਚਿੰਗ ਹੋਣੀ ਸੀ, ਉਹ ਵੀ ਫਲੋਪ ਹੋ ਗਈ। ਵਾਰ-ਵਾਰ ਰਾਹੁਲ ਗਾਂਧੀ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਗਾਂਧੀ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਕਾਂਗਰਸ ਦੀ ਪਾਸਟ ਜਿਹੜੀ ਲੀਡਰਸ਼ਿਪ ਰਹੀ ਹੈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ, ਇੰਦਰਾ ਗਾਂਧੀ ਤੱਕ ਟਾਰਗੇਟ ਕੀਤਾ ਗਿਆ। ਕਿਵੇਂ ਦੇਖਦੇ ਹੋ ਕਿ ਵਾਕਈ ਹੁਣ 2024 ਦੇ ਵਿੱਚ ਜਿਹੜੀ ਆ ਚੀਜ਼ਾਂ ਹੈਗੀਆਂ ਇਹ ਹੁਣ ਮਾਇਨੇ ਰੱਖਦੀਆਂ ਨੇ ਕਿ ਕਿਉਂਕਿ ਮੁੱਦਾ ਬੇਰੋਜ਼ਗਾਰੀ ਦਾ ਬਹੁਤ ਵੱਡਾ ਹੈ, ਕਿਸੇ ਨੇ ਕੋਈ ਉਸ 'ਤੇ ਸਵਾਲ ਨਹੀਂ ਚੱਕਿਆ, ਕੋਈ ਉਹਦਾ ਰੋਡ ਮੈਪ ਨਹੀਂ ਦੱਸਿਆ ਕਿ ਐਡੀ ਵੱਡੀ ਬੇਰੋਜ਼ਗਾਰੀ ਕਿਵੇਂ, ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈ, ਕੋਈ ਮੁੱਦਾ ਨਹੀਂ ਜਿਹੜਾ ਆਮ ਲੋਕਾਂ ਨਾਲ ਜੁੜਿਆ ਹੋਇਆ ਹੈ। ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ 2024 ਤੁਹਾਨੂੰ ਲੱਗਦਾ ਕਿ ਵਾਕਈ ਹੁਣ ਜਿਹੜਾ ਵੋਟਰ ਹੈ ਉਹਨੂੰ ਇਹ ਮੁੱਦਿਆਂ ਦੀ ਹੁਣ ਰਾਜਨੀਤੀ ਚਾਹੀਦੀ ਹੈ, ਕਿਉਂਕਿ ਹੁਣ ਉਹ ਸ਼ਾਇਦ ਭਾਜਪਾ ਨੂੰ ਵੀ ਲੱਗਦਾ ਹੈ ਤੇ ਸ਼ਾਇਦ ਮੋਦੀ ਜੀ ਨੂੰ ਵੀ ਲੱਗਦਾ ਕਿ ਹੁਣ ਲੋਕ ਮੇਰੇ ਤੋਂ ਵੀ ਸਵਾਲ ਪੁੱਛਣਗੇ, ਕਿਉਂਕਿ ਮੈਨੂੰ ਵੀ 10 ਸਾਲ ਹੋ ਗਏ। ਹੁਣ ਇਹ ਤਾਂ ਹੈ ਨਹੀਂ ਮੈਂ ਕਹਾਂਗਾ ਦੇਖੋ ਜੀ ਪਹਿਲੀ ਵਾਰ ਆਇਆ ਕਿ ਮੈਨੂੰ ਸਮਾਂ ਤਾਂ ਦਿਓ, ਜਿਵੇਂ ਆਪਣੀ ਸੂਬਾ ਸਰਕਾਰ ਕਹਿੰਦੀ ਹੈ, ਸਮਝ ਆਉਂਦੀ ਹੈ ਵੀ ਸਮਾਂ ਦਿਓ, 2 ਸਾਲ ਦੇ ਦਾਂਗੇ, 3 ਸਾਲ ਦੇ ਦਾਂਗੇ। ਹੁਣ ਤਾਂ ਤੁਹਾਡੇ ਕੋਲ 2004 ਤੋਂ 2014 ਜੇ UPA ਦੀ ਰਹੀ ਹੈ ਤਾਂ ਤੁਹਾਡੇ ਕੋਲ ਵੀ 2014 ਤੋਂ ਲੈ ਕੇ 2024 ਤੱਕ NDA ਦੀ ਰਹੀ ਹੈ। ਤਾਂ ਲੋਕ ਹੁਣ ਸਵਾਲ ਪੁੱਛਣਗੇ, ਲੋਕ ਦੱਸਣ, ਤੁਹਾਨੂੰ ਦੱਸਣਾ ਪਏਗਾ ਤੁਹਾਡਾ ਰਿਪੋਰਟ ਕਾਰਡ, ਲੋਕਾਂ ਵਾਸਤੇ ਰਿਪੋਰਟ ਕਾਰਡ ਜੀ। ਸੁਰਿੰਦਰ ਜੀ, ਹੁਣ ਬਹੁਤੇ ਜਿਹੜੇ ਮੁੱਦੇ ਨੇ ਨਾ, ਜਿਹੜੇ ਆਵਾਮ ਜਿਹੜਾ ਹੈਗਾ ਉਹ ਪੁੱਟ ਅਪ ਕਰੇਗਾ NDA ਦੇ ਅੱਗੇ, ਉਹ ਆਰਥਿਕਤਾ ਨਾਲ ਸੰਬੰਧਿਤ ਮੁੱਦੇ ਹੀ ਹੋਣਗੇ। ਤਾਂ ਮੈਨੂੰ ਤਾਂ ਇਹ ਲੱਗਦਾ ਕਿ ਜਿਸ ਤਰ੍ਹਾਂ ਅਰੁਣ ਜੇਤਲੀ ਜੀ ਦੇ ਅਨਟਾਈਮਲੀ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੀ ਇਕਨੋਮੀ ਗਰੋ ਕਰਨੀ ਚਾਹੀਦੀ ਸੀ ਜਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਵਿਜ਼ਨ ਸੀ, ਜੇ ਉਹ ਰਹਿੰਦੇ ਤਾਂ ਸ਼ਾਇਦ ਇਕਨੋਮਿਕ ਫੈਕਟਰ ਜਿਹੜਾ ਹਿੰਦੁਸਤਾਨ ਦਾ ਜ਼ਿਆਦਾ ਬਿਹਤਰੀਨ ਹੁੰਦਾ। ਪਰ ਉਸ ਤੋਂ ਬਾਅਦ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿਸ ਤਰੀਕੇ ਨਾਲ ਹੈਂਡਲ ਹੋਏ ਨੇ ਇਕਨੋਮਿਕ ਮੈਟਰਸ, ਫਾਈਨੈਂਸ਼ੀਅਲ ਮੈਟਰਸ ਔਰ ਬੈਂਕਿੰਗ ਮੈਟਰਸ, ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਆਰਥਿਕ ਤੌਰ ਦੇ ਉੱਤੇ ਜਿੰਨਾ ਉਮੀਦ ਸੀ ਲੋਕਾਂ ਨੂੰ ਇਸ ਸਰਕਾਰ ਤੋਂ, ਸ਼ਾਇਦ ਉਨੀ ਸੰਤੁਸ਼ਟੀ ਲੋਕਾਂ ਨੂੰ ਨਹੀਂ ਹੋਈ ਹੈ। ਹੁਣ ਪਿੱਛੇ ਜਿਹੀ ਜਿਹੜਾ ਹੈਗਾ RBI ਨੇ ਬਹੁਤ ਸਾਰਾ ਨੌਨ ਪਰਫਾਰਮਿੰਗ ਐਸੈਟਸ ਜਿਹੜੇ ਨੇ ਬੈਂਕਾਂ ਦੇ, ਉਹ ਰਾਈਟ ਆਫ ਕਰਤੇ। ਉਹ ਰਾਈਟ ਆਫ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਸਾਡਾ ਅੰਕੜਾ ਜਿਹੜਾ ਹੁਣ ਬਹੁਤ ਘਟ ਗਿਆ। ਜਦੋਂ ਤੁਸੀਂ ਮਤਲਬ ਕਿ ਲੱਖਾਂ ਕਰੋੜ ਦੇ ਜਿਹੜੇ NPA ਹੈਗਾ ਉਹਨੂੰ ਰਾਈਟ ਆਫ ਕਰ ਦੋਗੇ ਤਾਂ ਕੁਦਰਤੀ ਹੈ ਫਿਰ NPA ਦਾ ਅੰਕੜਾ ਤਾਂ ਡਾਊਨ ਆਏਗਾ ਹੀ ਆਏਗਾ। ਲੇਕਿਨ ਇਹ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਅਸੀਂ ਇਸ ਤਰ੍ਹਾਂ ਰਾਈਟ ਆਫ ਕਰ ਰਹੇ ਹਾਂ ਉਹ ਪੈਸਾ ਹਾਰਡ ਐਂਡ ਮਨੀ ਹੈਗਾ ਪਬਲਿਕ ਦਾ, ਜਿਹੜਾ ਬੈਂਕਾਂ ਦੇ ਕੋਲ ਪਿਆ ਸੀ। ਸੋ ਮੈਂ ਇਹ ਗੱਲ ਕਹਿ ਰਿਹਾ ਕਿ ਸਾਡੀ ਇਕਨੋਮੀ ਜਿੰਨੀ ਸਸ਼ਕਤ ਢੰਗ ਦੇ ਨਾਲ 2019 ਤੋਂ ਗਰੋ ਕਰਨੀ ਚਾਹੀਦੀ ਸੀ, ਉਨੀ ਸ਼ਾਇਦ ਸਸ਼ਕਤ ਢੰਗ ਦੇ ਨਾਲ, ਜਾਂ ਇਹ ਕਹਿ ਲਓ ਕਿ ਜਿੰਨੀ ਲੋਕਾਂ ਨੂੰ ਤਵੱਕੋ ਸੀ ਕਿ ਇਕਨੋਮਿਕ ਫੈਕਟਰ ਦੇ ਤੌਰ ਦੇ ਉੱਤੇ ਅਸੀਂ ਦੁਨੀਆ ਨੂੰ ਚੈਲੰਜ ਕਰਾਂਗੇ, ਸ਼ਾਇਦ ਉਨੀ ਪੇਸ ਗਰੋਥ ਜਿਹੜੀ ਨਹੀਂ ਹੋਈ। ਉਹਦਾ ਦੇਖੋ ਕਾਰਨ ਇੱਕ ਤਾਂ ਸਿੱਧਾ ਇਹ ਵੀ ਲਿਆ ਜਾਏਗਾ, ਮੈਂ ਸਮਝਦਾ ਉਸ ਗੱਲ ਨੂੰ, ਕਿ ਕਰੋਨਾ ਫੈਕਟਰ ਵਿੱਚ ਆ ਗਿਆ, ਉਸ ਕਰਕੇ ਸਾਡੀ ਉਹ ਸਪੀਡ ਤੇ ਸਪੀਡ ਜਿਹੜੀ ਸੀ ਨਹੀਂ ਬਣ ਸਕੀ ਜਿਹਨੂੰ ਅਸੀਂ ਲੈ ਕੇ ਤੁਰੇ ਸੀਗੇ। ਲੇਕਿਨ ਕਰੋਨਾ ਦੀ ਹੈਂਡਲਿੰਗ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਨੈਚੁਰਲ ਜਿਹੜੀਆਂ ਐਮਰਜੈਂਸੀਜ਼ ਆਈਆਂ ਨੇ, ਐਪੀਡੈਮਿਕਸ ਆਈਆਂ ਨੇ, ਉਹਨਾਂ ਨੂੰ ਹੈਂਡਲ ਕਰਨ ਦੇ ਵਿੱਚ ਵੀ ਸਰਕਾਰ ਉਹਨੇ ਸਸ਼ਕਤ ਢੰਗ ਦੇ ਨਾਲ ਜਿਹੜੀ ਹੈ ਉਹ ਨਹੀਂ ਕਾਰਗਰ ਸਾਬਤ ਹੋਈ, ਜਿੰਨੇ ਲੋਕਾਂ ਨੂੰ ਤਵੱਕੋ ਸੀ, ਜਿੰਨੇ ਲੋਕਾਂ ਦੀਆਂ ਜਾਨਾਂ ਗਈਆਂ। ਬੇਸ਼ੱਕ ਸਾਡੀ ਇਕਨੋਮੀ ਦੁਨੀਆ ਦੇ ਹੋਰ ਦੇਸ਼ਾਂ ਦੇ ਇਕਨੋਮੀ ਦੇ ਬਰਾਬਰ ਨਹੀਂ ਲੜਖੜਾਈ, ਪਰ ਫਿਰ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਹੈ ਉਹਦੇ ਵਿੱਚ ਬਹੁਤ ਹੋਇਆ। ਤੇ ਸਾਡੀ ਜਿਹੜੀ ਹੈਲਥ ਸੈਕਟਰ ਹੈਗਾ ਉਹ ਇੱਕ ਤਰੀਕੇ ਨਾਲ ਉਹਦੀ ਜਿਹੜੀ ਕਮਜ਼ੋਰੀ ਆ, ਹੌਲੋਨੈਸ ਹੈ, ਉਹ ਜ਼ਰੂਰ ਸਾਹਮਣੇ ਆਈ ਵੀ ਜੇ ਇਸ ਤਰ੍ਹਾਂ ਦੀ ਕੋਈ ਨੈਸ਼ਨਲ ਪੱਧਰ ਦੀ ਹੈਲਥ ਐਮਰਜੈਂਸੀ ਆ ਜਾਂਦੀ ਆ ਤਾਂ ਅਸੀਂ ਕੋਈ ਬਹੁਤੇ ਸક્ષਮ ਨਹੀਂ ਆ ਉਸਨੂੰ ਨਜਿੱਠਣ ਦੇ ਲਈ। ਤੋ ਇਸ ਕਰਕੇ ਜਿਹੜਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਰਾਹੁਲ ਗਾਂਧੀ ਜੀ ਔਰ ਉਹਨਾਂ ਦੇ ਪਰਿਵਾਰਵਾਦ ਦੇ ਉੱਤੇ ਦੋਸ਼ ਲਗਾਇਆ, ਠੀਕ ਹੈ, ਇੱਕ ਬੰਦਾ ਹੁਣ ਕਿਸੇ ਪਰਿਵਾਰ ਦੇ ਵਿੱਚੋਂ ਤਾਂ ਪੈਦਾ ਹੋਊਗਾ ਹੀ। ਪਰ ਮੈਂ ਇਹ ਗੱਲ ਕਹਿ ਰਿਹਾ ਵੀ ਪਿਛਲੇ 4-5 ਸਾਲਾਂ ਤੋਂ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਜੀ ਨੇ ਦੇਸ਼ ਦੇ ਵਿੱਚ ਯਾਤਰਾ ਕੀਤੀ ਆ, ਜਿਸ ਤਰੀਕੇ ਦੇ ਨਾਲ ਉਹ ਗਰਾਊਂਡ ਲੈਵਲ ਤੇ ਜ਼ਮੀਨ ਦੇ ਪੱਧਰ ਦੇ ਉੱਤੇ ਲੋਕਾਂ ਦੇ ਨਾਲ ਜੁੜੇ ਆ, ਲੋਕਾਂ ਦੇ ਮਸਲਿਆਂ ਨੂੰ ਦੇਖਿਆ, ਉੱਥੇ ਖੁਦ ਵਿਚਰਦੇ ਰਹੇ ਆ। ਹੁਣ ਉਹ ਪਰਸਨੈਲਿਟੀ ਜਿਹੜੀ ਹੈ ਕੇਵਲ ਇਸ ਗੱਲ ਦਾ ਕ੍ਰੈਡਿਟ ਨਹੀਂ ਹੈ ਕਿ ਉਹ ਇੱਕ ਖਾਸ ਪਰਿਵਾਰ ਦੇ ਵਿੱਚ ਪੈਦਾ ਹੋਏ ਆ, ਇਸ ਕਰਕੇ ਉਹ ਜਿਹੜੇ ਹੈ ਪੋਲੀਟੀਕਲ ਲਾਈਫ ਜਿਹੜੀ ਹੈਗੀ ਆਪਣੀ ਡਿਜ਼ਰਵ ਕਰਦੇ ਆ, ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਾਂ ਕਾਂਗਰਸ ਨੂੰ ਲੀਡ ਕਰਨਾ ਡਿਜ਼ਰਵ ਕਰਦੇ ਆ। ਹੁਣ ਉਹਨਾਂ ਨੇ ਬਹੁਤ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਭਾਰਤ ਨੂੰ ਦੇਖਿਆ, ਲੋਕਾਂ ਨੂੰ ਮਿਲੇ ਆ, ਉਹਨਾਂ ਦੀਆਂ ਸਮੱਸਿਆਵਾਂ ਨੂੰ ਦੇਖਿਆ। ਇਸ ਕਰਕੇ ਹੁਣ ਉਹਨਾਂ ਦਾ ਵਿਜ਼ਨ ਜਿਹੜਾ ਹੈਗਾ ਉਹ ਗਰਾਊਂਡ ਲੈਵਲ ਦਾ ਵਿਜ਼ਨ ਹੈ। ਹੁਣ ਕੇਵਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਸਿਰਫ ਇੱਕ ਪਰਿਵਾਰਵਾਦ ਦਾ ਲਾਹਾ ਲੈ ਕੇ ਰਾਜਨੀਤੀ ਦੇ ਵਿੱਚ, ਸੱਤਾ ਦੇ ਵਿੱਚ ਕਾਬਜ਼ ਹੋਣਾ ਚਾਹੁੰਦੇ ਆ। ਸੁਰਿੰਦਰ ਜੀ ਬਿਲਕੁਲ, ਪਰ ਪ੍ਰੋਫੈਸਰ ਸਾਹਿਬ ਮੋਦੀ ਜੀ ਤਾਂ ਕਹਿੰਦੇ ਕਿ ਵਿਰੋਧੀ ਮੇਰੇ ਲਈ ਲੱਕੀ ਬਹੁਤ ਨੇ, ਜਿੰਨਾ ਕਹਿੰਦੇ ਰੋਲਾ ਪਾਉਂਦੇ ਨੇ, ਮੇਰੇ ਬਾਰੇ ਰੋਲਾ ਪਾਉਂਦੇ ਰਹੇ, ਕਹਿੰਦੇ ਮੈਂ ਤਾਂ ਸੁਪਨਿਆਂ 'ਚ ਵੀ ਇਹਨਾਂ ਨੂੰ ਮੈਂ ਆਨਾ
ਕਹਿੰਦੇ ਰੋਲਾ ਪਾਉਂਦੇ ਰਹੇ, ਦੇਖੋ ਕਹਿੰਦੇ ਮੈਂ ਤਾਂ ਦੂਜੀ ਵਾਰ ਆ ਗਿਆ। ਕਹਿੰਦੇ ਇਹਨਾਂ ਨੇ ਰੋਲਾ ਪਾਇਆ ਪਬਲਿਕ ਸੈਕਟਰ ਬੈਂਕਿੰਗ ਨੂੰ ਲੈ ਕੇ ਕਿ ਪਬਲਿਕ ਬੈਂਕ ਸੈਕਟਰ ਖਤਮ ਹੋ ਜਾਏਗਾ, ਬਰਬਾਦ ਹੋ ਜਾਏਗਾ। ਕਹਿੰਦੇ ਨੈਟ ਪ੍ਰੋਫਿਟ ਦੇ ਵਿੱਚ ਉਹ ਦੁੱਗਣਾ ਹੋ ਗਿਆ। ਕਹਿੰਦੇ ਇਹਨਾਂ ਨੇ ਰੋਲਾ ਪਾਇਆ ਕਿ LIC ਬਰਬਾਦ ਹੋ ਗਈ ਲੋਕਾਂ ਦਾ, ਕਹਿੰਦੇ ਉਹ LIC ਤੁਸੀਂ ਦੇਖੋ ਵੀ ਅੱਜ LIC ਉਹ ਵੱਧ ਗਈ ਹੈ। ਕਹਿੰਦੇ ਕਿਤੇ ਨਾ ਕਿਤੇ ਇਹ ਤਾਂ ਲੱਕੀ ਨੇ, ਇਹਨਾਂ ਦਾ ਕੰਮ ਹੈ ਰੋਲਾ ਪਾਉਣਾ ਤੇ ਮੈਨੂੰ ਉਹਦਾ ਫਾਇਦਾ ਹੁੰਦਾ ਹੈ। ਜਿੰਨਾ ਇਹ ਰੋਲਾ ਪਾਉਣਗੇ ਤਾਂ ਉਹਨਾਂ ਸਾਨੂੰ ਫਾਇਦਾ ਹੋਏਗਾ ਜੀ। ਦੇਖੋ ਸੁਰਿੰਦਰ ਜੀ, ਇਹ ਤਾਂ ਇੱਕ ਪੋਲੀਟੀਕਲ ਰੈਟਰਿਕਸ ਹੁੰਦੀ ਆ, ਇਹ ਇੱਕ ਸਿੰਬਲਸ ਹੁੰਦੇ ਆ ਜਾਂ ਇਸ ਤਰ੍ਹਾਂ ਦੀ ਪੋਲੀਟੀਕਲ ਡਿਸਕੋਰਸ ਜਿਹੜੀ ਹੈਗੀ ਆ ਦੂਸਰੇ ਨੂੰ ਡਿਮੋਰਲਾਈਜ਼ ਕਰਨ ਦੇ ਲਈ ਹੁੰਦੀ ਆ। ਲੇਕਿਨ ਜ਼ਮੀਨੀ ਪੱਧਰ ਦੇ ਉੱਤੇ ਦੋਨੋਂ ਜਿਹੜੇ ਭਲਵਾਨ ਨੇ, ਰੈਸਲਰਸ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਦੂਜੇ ਦੀ ਸਟਰੈਂਥ ਕਿੰਨੀ ਕਾ। ਹਾਂ, ਇੱਕ ਦੂਜੇ ਨੂੰ ਮਾਨਸਿਕ ਤੌਰ ਦੇ ਉੱਤੇ ਥੋੜਾ ਜਿਹੜਾ ਹੈਗਾ ਦਬਾਉਣ ਦੇ ਲਈ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ, ਲੇਕਿਨ ਅਸਲੀ ਤਾਕਤ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਾਣ ਲੈਣੀ ਚਾਹੀਦੀ ਆ ਔਰ ਉਹਨਾਂ ਦੇ ਅਹਿਸਾਸ ਵਿੱਚ ਹੁੰਦੀ ਵੀ ਆ ਕਿ ਅਸਲੀ ਸੱਤਾ ਦੀ ਚਾਬੀ ਜਿਹੜੀ ਹੈਗੀ ਆ ਨਾ, ਉਹ ਹੈਗੀ ਆ ਹਿੰਦੁਸਤਾਨ ਦੇ ਆਵਾਮ ਦੇ ਕੋਲੇ, ਇਲੈਕਟੋਰੇਟ ਦੇ ਕੋਲੇ, ਵੋਟਰਸ ਦੇ ਕੋਲੇ। ਅਸਲੀ ਸੱਤਾ ਦੇ ਮਾਲਕ ਉਹ ਨੇ, ਕਿਹਨੂੰ ਲਿਆਉਣਾ ਚਾਹੁੰਦੇ ਆ, ਕਿਹਨੂੰ ਨਹੀਂ ਲਿਆਉਣਾ ਚਾਹੁੰਦੇ, ਇਹ ਉਹਨਾਂ ਦੀ ਮਾਨਸਿਕਤਾ, ਉਹਨਾਂ ਦੀ ਸੂਝ-ਬੂਝ, ਉਹਨਾਂ ਦੇ ਖਿਆਲਾਤ ਦੇ ਉੱਤੇ ਨਿਰਭਰ ਕਰਦਾ ਹੁੰਦਾ। ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਆਪਣੇ ਏਜੰਡੇ, ਆਪਣੀਆਂ ਨੀਤੀਆਂ, ਆਪਣੇ ਚੋਣ ਮਨੋਰਥ ਉਹ ਸਾਰੇ ਦਿੰਦੇ ਆ ਔਰ ਉਹਨਾਂ ਦੀ ਐਗਜ਼ੀਕਿਊਸ਼ਨ ਕੈਪੈਸਿਟੀ ਕਿੰਨੀ ਕਾ ਜਾਂ ਪਾਸਟ ਐਕਸਪੀਰੀਅੰਸ ਕਿਸ ਪ੍ਰਕਾਰ ਦਾ, ਉਹ ਰਿਪੋਰਟ ਕਾਰਡ ਵੀ ਇਲੈਕਟੋਰੇਟ ਦੇਖਦਾ। ਔਰ ਜੇ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਉਹਨਾਂ ਦੇ ਦੇ ਵਿੱਚ ਜਿਹੜੀ ਫਲਾਣਾ ਗਠਬੰਧਨ ਜਿਹੜਾ ਹੈਗਾ ਉਹ ਜ਼ਿਆਦਾ ਲੱਗਦਾ ਜਾਂ ਪਿਛਲਾ ਗਠਬੰਧਨ ਜਿਹੜੀਆਂ ਸੀ ਉਹ ਬੈਸਟ ਸੀ, ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹਨਾਂ ਨੇ ਜਦੋਂ ਉਸ ਸਮੇਂ ਰਾਜ ਕੀਤਾ ਸੀ, ਉਸ ਸਮੇਂ ਦੀ ਪਰਫਾਰਮੈਂਸ ਕੈਸੀ ਸੀ। ਤੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਕਿਸ ਪ੍ਰਕਾਰ ਦੇ ਜਿਹੜੇ ਹੋਏ ਆ ਦੋਨਾਂ ਦੇ ਰਜੀਮ ਦੇ ਵਿੱਚ ਘੁਟਾਲਾ ਉਹਨਾਂ ਦਾ ਬਣਿਆ ਕੀ ਆ, ਕੌਣ ਕੌਣ ਇਨਵੋਲਵ, ਇਹ ਸਾਰੀਆਂ ਚੀਜ਼ਾਂ ਦਾ ਰਿਪੋਰਟ ਕਾਰਡ ਵਿੱਚ ਜਿਹੜਾ ਖਾਸ ਤੌਰ ਦੇ 80% ਇਲੈਕਟੋਰੇਟ ਵੀ ਪੜਿਆ, ਅਖਬਾਰ ਪੜ੍ਹਦਾ ਹੈਗਾ, ਉਹ ਸਾਰੇ ਮੱਦੇ ਨਜ਼ਰ ਰੱਖਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਵਿਊ ਪੁਆਇੰਟ ਬਣਾਉਂਦਾ। ਕੇਵਲ ਪੋਲੀਟੀਕਲ ਪਾਰਟੀਆਂ ਦਾ ਪੋਲੀਟੀਕਲ ਡਿਸਕੋਰਸਿਸ ਜਿਹੜਾ ਹੈਗਾ ਇਲੈਕਟੋਰੇਟ ਦੇ ਉੱਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ। ਗਰਾਊਂਡ ਲੈਵਲ ਦੇ ਉੱਤੇ ਪਿਛਲੇ 5 ਸਾਲ ਦੇ ਵਿੱਚ ਉਹਨੇ ਕੀ ਭੁਗਤਿਆ, ਕੀ ਭੋਗਿਆ, ਕੀ ਅਨੁਭਵ ਹੋਏ ਆ, ਤੇ ਉਹ ਆਪਣਾ ਫਾਈਨਲ ਰਿਪੋਰਟ ਕਾਰਡ ਜਿਹੜਾ ਹੈਗਾ ਤਿਆਰ ਕਰੇਗਾ ਤੇ ਦੇਖੇਗਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਭਵਿੱਖ ਜਿਹੜਾ ਹੈਗਾ ਕਿਹੜੀ ਰਾਜਨੀਤਿਕ ਪਾਰਟੀ ਅੱਗੇ ਲੈ ਜਾ ਸਕਦੀ ਆ, ਕਿਹੜੇ ਦੇਸ਼ ਦੀ ਸੁਰੱਖਿਆ ਕਰ ਸਕਦੀ ਆ, ਕਿਹੜੀ ਦੇਸ਼ ਦੀ ਸੋਵਰਨਟੀ ਨੂੰ ਜਿਹੜਾ ਹੈਗਾ ਉਹ ਬਚਾ ਕੇ ਰੱਖ ਸਕਦੀ ਹੈ, ਪ੍ਰੋਟੈਕਸ਼ਨ ਦੇ ਸਕਦੀ ਹੈ। ਤੋ ਇਸ ਤਰ੍ਹਾਂ ਦੇ ਬਹੁਤ ਸਾਰੇ, ਕਿਹੜੀ ਦੇਸ਼ ਦੀ ਇਕਨੋਮੀ ਨੂੰ ਅੱਗੇ ਲਿਜਾ ਸਕਦੀ ਆ, ਕਿਹੜਾ ਜਿਹੜਾ ਹੈਗਾ ਐਕਸਪੋਰਟ ਵਧਾ ਸਕਦੀ ਆ, ਕਿਹੜਾ ਕਮਿਊਨਲ ਜਿਹੜੀ ਸਦਭਾਵਨਾ ਜਿਹੜੀ ਹੈਗੀ ਆ, ਸੰਪਰਦਾਇਕ ਸਦਭਾਵਨਾ ਜਿਹੜੀ ਹੈਗੀ ਹੈ ਲੋਕਾਂ ਦੀ, ਉਹ ਮੇਨਟੇਨ ਕਰ ਸਕਦੀ ਹੈ, ਕਿਹੜੀ ਪੀਸ, ਕਿਹੜਾ ਲਾ ਐਂਡ ਆਰਡਰ ਨੂੰ ਮੇਨਟੇਨ ਕਰ ਸਕਦੀ ਆ। ਇਹ ਸਾਰੀਆਂ ਚੀਜ਼ਾਂ ਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਆਪਣੇ ਜ਼ਿਹਨ ਦੇ ਵਿੱਚ ਮੁਲਾਂਕਣ ਕਰਕੇ ਫਿਰ ਇਲੈਕਟੋਰੇਟ ਜਿਹੜਾ ਆਪਣਾ ਮਾਈਂਡ ਸੈਟ ਅਪ ਕਰਦਾ, ਅਕੋਰਡਿੰਗਲੀ ਉਹ ਇਲੈਕਸ਼ਨ ਦੇ ਵਿੱਚ ਆਉਂਦਾ ਤੇ ਇਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ। ਹੁਣ ਤਾਂ ਹਰ ਪੋਲੀਟੀਕਲ ਪਾਰਟੀ ਆਪਣੀਆਂ ਨੀਤੀਆਂ, ਆਪਣੇ ਪ੍ਰੋਗਰਾਮ, ਆਪਣੇ ਚੋਣ ਮਨੋਰਥ ਪੱਤਰ ਔਰ ਆਪਣਾ ਪਾਸਟ ਵਿੱਚ ਕੀਤੇ ਕੰਮਾਂ ਨੂੰ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਰੱਖ ਰਹੇ ਨੇ ਤੇ ਉਮੀਦ ਕਰਦੇ ਆ, ਹਰ ਪੋਲੀਟੀਕਲ ਪਾਰਟੀ ਉਮੀਦ ਕਰਦੀ ਆ ਕਿ ਸਾਨੂੰ ਸਾਡੇ ਪ੍ਰਤੀ ਜਿਹੜਾ ਹੈਗਾ ਉਹ ਆਵਾਮ ਦਾ ਹੁੰਗਾਰਾ। ਸੁਰਿੰਦਰ ਜੀ ਬਿਲਕੁਲ, ਨਾਲੇ ਉਹਨਾਂ ਨੇ INDIA ਨੂੰ ਜੀ ਪ੍ਰੋਫੈਸਰ ਸਾਹਿਬ, ਨਾਲੇ ਉਹ ਕਹਿੰਦੇ INDIA ਨਹੀਂ, ਇਹ ਤਾਂ ਘਮੰਡੀਆ ਗਠਬੰਧਨ ਹੈ। ਇਹਨੂੰ ਕਿਵੇਂ ਦੇਖਦੇ ਹੋ? ਉਹਨੂੰ ਨਵੀਂ ਟਰਮੋਲੋਜੀ ਯੂਜ਼ ਹੋਈ ਹੈ, ਪਹਿਲਾਂ ਕੁਇਟ ਇੰਡੀਆ ਦਾ ਆਪਾਂ ਜ਼ਿਕਰ ਕੀਤਾ, ਹੁਣ ਇੱਕ ਘਮੰਡੀਆ ਗਠਬੰਧਨ ਦਾ ਉਹਨਾਂ ਨੇ ਜ਼ਿਕਰ ਕੀਤਾ। ਅੱਜ ਉਹ ਸਿਰਫ ਘਮੰਡੀਆ ਗਠਬੰਧਨ ਨੂੰ ਲੈ ਕੇ ਵਾਰੀ-ਵਾਰੀ ਉਹਨਾਂ ਨੂੰ ਸੰਬੋਧਨ ਕਰਦੇ ਰਹੇ, ਉਹ ਘਮੰਡੀਆ ਗਠਬੰਧਨ ਜੀ। ਨਹੀਂ ਚਲੋ, ਇਹ ਤਾਂ ਦੇਖੋ ਇੱਕ ਜਿਹੜਾ ਹੈਗਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਦਾ ਢੰਗ ਤਰੀਕਾ, ਇੱਕ ਵਿਅੰਗ ਹੁੰਦਾ ਔਰ ਇੱਕ ਸਟਾਰ ਜਿਹੜਾ ਹੈਗਾ ਉਹ ਉਸ ਤਰ੍ਹਾਂ ਦੀ ਸ਼ੈਲੀ ਹੁੰਦੀ ਆ, ਦੂਸਰੇ ਨੂੰ ਜਿਹੜਾ ਹੈਗਾ ਉਹ ਕੋਈ ਬਹੁਤਾ ਪਬਲਿਕ ਤੇ ਆਵਾਮ ਸੀਰੀਅਸਲੀ ਨਾ ਲਵੇ ਇਸ ਨੂੰ। ਪਰ ਇਹ ਸਾਰੀਆਂ ਚੀਜ਼ਾਂ ਕੋਈ ਲੰਬਾ ਜਾਂ ਦੂਰਗਾਮੀ ਅਸਰ ਜਿਹੜੇ ਹੈਗੇ ਆ ਉਹ ਨਹੀਂ ਛੋੜਦੇ। ਜੇ ਆਪਾਂ ਨੋਮਨਕਲੇਚਰ ਕਿਸੇ ਦੀ ਉਹਦੀ ਵਿਆਖਿਆ ਕਿਸੇ ਹੋਰ ਢੰਗ ਨਾਲ ਕਰ ਦਈਏ, ਪਰ ਇਹ ਵੀ ਅਜੇ ਪੱਕਾ ਨਹੀਂ ਹੈ। ਇੰਡੀਆ, ਇਸ ਗਠਬੰਧਨ ਦਾ ਨਾਮ ਇੰਡੀਆ ਹੀ ਹੋਏਗਾ। ਸਾਰੀਆਂ ਜਿਹੜੀਆਂ ਛੋਟੀਆਂ ਉੱਤੇ ਐਗਰੀ ਵੀ ਕਰਨਗੀਆਂ ਜਾਂ ਨਹੀਂ ਕਰਨਗੀਆਂ, ਇਹ ਤਾਂ ਇੱਕ ਇਨੀਸ਼ੀਅਲ ਸਟੇਜ ਸੀ। ਉਹ ਇਨੀਸ਼ੀਅਲ ਸਟੇਜ ਦੇ ਉੱਤੇ ਉਹਨਾਂ ਨੇ ਇਹਦੇ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਇਹ ਵੀ ਸੋਚਿਆ ਸੀ ਇਸ ਦੇਸ਼ ਦਾ ਨਾਮ ਭਾਰਤ ਜਿਹੜਾ ਹੈਗਾ ਕੀਤਾ ਜਾਵੇ, ਉਹਦੇ ਵਿੱਚ ਇੱਕ
ਇੱਕ ਜਾਚਕਾ ਜਿਹੜੀ ਲਗਾਈ ਗਈ ਸੀ ਕਿ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚੋਂ ਇੰਡੀਆ ਨਾਮ ਕੱਢ ਦਿੱਤਾ ਜਾਵੇ, ਤੇ ਉਹ ਯੂਨੀਅਨ ਗਵਰਨਮੈਂਟ ਨੂੰ ਮਾਰਕ ਹੋ ਗਈ ਸੀ। ਤੇ ਯੂਨੀਅਨ ਗਵਰਨਮੈਂਟ ਜਿਹੜੀ ਹੈ ਇਸ ਦੇ ਉੱਤੇ ਵਿਚਾਰ ਕਰ ਰਹੀ ਆ ਕਿ ਇਸ ਜਿਹੜੀ ਜਾਚਕਾ ਹੈਗੀ ਆ, ਇਸ ਵਿੱਚ ਪੁਆਇੰਟ ਉਠਾਏ ਗਏ ਨੇ, ਉਸ ਦੇ ਸੰਬੰਧ ਦੇ ਵਿੱਚ ਕੇਵਲ ਭਾਰਤ ਨਾ ਹੀ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਉਹ ਰਿਟੇਨ ਕੀਤਾ ਜਾਵੇ, ਤੇ ਜਿਹੜਾ ਇੰਡੀਆ ਹੈਗਾ ਉਸ ਨੂੰ ਓਮਿਟ ਕਰ ਦਿੱਤਾ ਜਾਵੇ, ਤਾਂ ਕਿ ਜਿਹੜਾ ਇਹ ਇੱਕ ਕੰਟੈਸਟ ਬਣਨ ਜਾ ਰਿਹਾ ਇੰਡੀਆ ਵਰਸਸ ਐਨਡੀਏ, ਇਹ ਨਾਮ ਬਣ ਸਕੇ ਤੇ ਇੰਡੀਆ ਜਿਹੜਾ ਅੰਗਰੇਜ਼ਾਂ ਦਾ ਦਿੱਤਾ ਹੋਇਆ ਨਾਮ ਆ ਉਸ ਨੂੰ, ਉਸ ਕੋਲੋਨੀਅਲ ਲੀਗੇਸੀ ਨੂੰ ਜਿਹੜਾ ਹੈਗਾ ਉਹ ਹਟਾ ਦਿੱਤਾ ਜਾਵੇ। ਇਸ ਪ੍ਰਕਾਰ ਦੇ ਯਤਨ ਵੀ ਆਰੰਭ ਹੋ ਰਹੇ ਆ। ਤੋਂ ਇੱਕ ਪਾਰਟਿਕੂਲਰ ਗਠਬੰਧਨ ਨੂੰ ਕੀ ਨਾਮ ਦਿੱਤਾ ਜਾਣਾ, ਕਿਸ ਤਰ੍ਹਾਂ ਦਾ ਦਿੱਤਾ ਜਾਣਾ, ਕੇਵਲ ਉਸ ਨਾਮਕਰਨ ਦੇ ਉੱਤੇ ਹੀ ਜੇ ਸਪੋਜ਼ ਕਰ ਲਓ ਆਪਾਂ ਨੂੰ ਕੋਈ ਆਪੱਤੀ ਹੈਗੀ ਆ, ਉਸ ਬੇਸਿਸ ਦੇ ਉੱਤੇ ਇਲੈਕਟੋਰੇਟ ਜਿਹੜਾ ਹੈਗਾ ਉਹਦੇ ਤੇ ਕੋਈ ਅਸਰ ਪਏਗਾ, ਇਹ ਮੈਨੂੰ ਤਾਂ ਪ੍ਰਤੀਤ ਨਹੀਂ ਹੁੰਦਾ। ਸੁਰਿੰਦਰ ਜੀ, ਪ੍ਰੋਫੈਸਰ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਕਿ ਮਨੀਪੁਰ ਤੇ ਜਿਹੜੀ ਨੂੰਹ ਵਾਲੀ ਘਟਨਾ ਹੈ ਮੇਵਾਤ ਵਾਲੀ, ਇਸ ਦਾ ਅਸਰ 2024 ਦੀਆਂ ਚੋਣਾਂ ਤੇ ਪਏਗਾ? ਬਿਲਕੁਲ 2024 ਦੀਆਂ ਚੋਣਾਂ ਦੇ ਵਿੱਚ ਮਨੀਪੁਰ ਦਾ ਅਸਰ ਬਹੁਤ ਦੂਰਗਾਮੀ ਪਏਗਾ, ਬਹੁਤ ਵਿਆਪਕ ਪੱਧਰ ਦੇ ਉੱਤੇ ਪਏਗਾ, ਕਿਉਂਕਿ ਉਹ ਇਸ਼ੂ ਕੇਵਲ ਤੇ ਕੇਵਲ ਰਾਜ ਦਾ ਇਸ਼ੂ ਨਹੀਂ ਸੀ, ਕਮਿਊਨਲ ਵਾਇਲੈਂਸ ਦਾ ਇਸ਼ੂ ਨਹੀਂ ਸੀ, ਐਥਨਿਕ ਵਾਇਲੈਂਸ ਦਾ ਇਸ਼ੂ ਨਹੀਂ ਸੀ। ਉਸ ਦੇ ਵਿੱਚ ਮੁੱਦਾ ਜਿਹੜਾ ਹੈਗਾ ਉਹ ਸੋਵਰਨ ਸਟੇਟਸ ਦੇ ਕਨਫਲਿਕਟ ਦਾ ਇਸ਼ੂ ਸੀਗਾ ਕਿ ਮਿਆਂਮਾਰ ਦੇ ਵਿੱਚੋਂ ਬਹੁਤ ਸਾਰੇ ਕੁਕੀ ਜ਼ੋਮੀ ਜਿਹੜੇ ਹੈਗੇ ਨੇ ਉਹ ਮਨੀਪੁਰ ਤੇ ਨਾਗਾਲੈਂਡ ਦੇ ਵਿੱਚ ਮਾਈਗ੍ਰੇਟ ਕੀਤੇ ਆ। ਇਸ ਇਸ਼ੂ ਨੂੰ ਦੇਖਣਾ ਜਿਹੜਾ ਸੀ ਕੇਂਦਰੀ ਬਲਾਂ ਦਾ ਕੰਮ ਸੀ, ਕੇਂਦਰ ਦਾ ਕੰਮ ਸੀਗਾ ਕਿ ਅਗਰ ਕੋਈ ਮਾਈਗ੍ਰੇਸ਼ਨ ਹੋ ਰਹੀ ਆ ਮਿਆਂਮਾਰ ਦੇ ਵਿੱਚੋਂ, ਭਾਵੇਂ ਉਹ ਨਾਗਾਲੈਂਡ ਦੇ ਵਿੱਚ ਹੋ ਰਹੀ ਆ ਤੇ ਭਾਵੇਂ ਉਹ ਮਨੀਪੁਰ ਦੇ ਵਿੱਚ ਹੋ ਰਹੀ ਆ, ਉਹ ਰਾਜ ਸਰਕਾਰਾਂ ਦਾ ਵਿਸ਼ਾ ਨਹੀਂ ਹੈ, ਉਹ ਕੇਂਦਰੀ ਸਰਕਾਰ ਦੀ ਜਿਹੜੀ ਹੈਗੀ ਆ ਵਿਸ਼ਿਆਂ ਦੇ ਵਿੱਚ ਆਉਂਦੀ ਆ। ਤੋਂ ਇਹ ਅਸਰ ਜਿਹੜਾ ਹੈਗਾ ਜ਼ਰੂਰ ਦੇਖਣ ਨੂੰ ਮਿਲੇਗਾ, ਜਿਸ ਤਰੀਕੇ ਦੇ ਨਾਲ ਮਹਿਲਾਵਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਔਰ ਜਿਸ ਤਰੀਕੇ ਦੇ ਨਾਲ ਬਾਰਬਰਿਕ ਸਲੂਕ ਜਿਹੜਾ ਹੈਗਾ ਫੋਰਸਿਸ ਦਾ ਸੀ, ਔਰ ਕੇਵਲ ਜਿਹੜਾ ਹੈਗਾ ਚੀਫ ਸੈਕਟਰੀ ਔਰ ਡੀਜੀਪੀ ਨੂੰ ਰਿਪਲੇਸ ਕਰਨ ਦੇ ਨਾਲ ਅਸੀਂ ਮੱਲਮ ਪੱਟੀ ਨਹੀਂ ਲਗਾ ਸਕਦੇ। ਇਸੇ ਤਰੀਕੇ ਦੇ ਨਾਲ ਨੂੰਹ ਦੇ ਵਿੱਚ ਜੋ ਕੁਝ ਹੋਇਆ, ਜਿਵੇਂ ਆਰਸਨ ਹੋਈ, ਜਿਸ ਤਰੀਕੇ ਨਾਲ ਰਾਈਟਿੰਗ ਹੋਇਆ, ਜਿਸ ਤਰੀਕੇ ਦੇ ਨਾਲ ਜਿਹੜਾ ਮੁਸਲਿਮ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ, ਉਸ ਤੋਂ ਜਿਹੜਾ ਹੈਗਾ ਉਹ ਸਾਡੇ ਦੇਸ਼ ਟੂਰਿਜ਼ਮ ਨੂੰ ਔਰ ਸਾਡੇ ਦੇਸ਼ ਦੀ ਜਿਹੜੀ ਸੰਪਰਦਾਇਕ ਸਦਭਾਵਨਾ ਉਸ ਨੂੰ ਜ਼ਬਰਦਸਤ ਧੱਕਾ ਲੱਗਿਆ ਤੇ ਇਕਨੋਮੀ ਜਿਹੜੀ ਹੈਗੀ ਆ ਉਹ ਵੀ ਸ਼ੈਟਰ ਹੋਊਗੀ। ਤੁਸੀਂ ਦੇਖ ਲੈਣਾ ਕੁਝ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਰੁਜ਼ਗਾਰ ਦੇ ਲਈ ਜਿਹੜੇ ਹੈਗੇ ਆ ਤਰਲੇ ਮਾਰਦੇ ਫਿਰਨਗੇ। ਤੋਂ ਜਦੋਂ ਕੋਈ ਬੰਦੇ ਦਾ ਲਾਈਵਲੀਹੁੱਡ ਅਫੈਕਟ ਹੋ ਗਿਆ ਤਾਂ ਕਿਉਂ ਨਹੀਂ ਉਹ ਇਲੈਕਟੋਰੇਟ ਦੇ ਤੌਰ ਦੇ ਉੱਤੇ ਜਦੋਂ ਵੋਟ ਪਹੁੰਚ ਜਾਏਗਾ, ਉਹ ਸਾਰੇ ਤਿੱਖੇ ਅਨੁਭਵ ਜਿਹੜੇ ਨੇ, ਦੁਖਦਾਈ ਅਨੁਭਵ ਜਿਹੜੇ ਨੇ ਉਹ ਆਪਣੇ ਸੀਨਿਆਂ ਦੇ ਵਿੱਚ ਨਾਲ ਲੈ ਕੇ ਜਾਏਗਾ। ਤੋਂ ਡੈਫੀਨੇਟਲੀ ਤੋਂ 2024 ਦਾ ਜਿਹੜਾ ਇਲੈਕਸ਼ਨ ਹੈਗਾ ਉਹਦੇ ਵਿੱਚ ਮਾਰਜਨਲੀ ਔਰ ਸਬਸਟੈਂਸ਼ਲੀ ਇਹ ਦੋ ਘਟਨਾਵਾਂ ਦਾ ਅਸਰ ਖਾਸ ਤੌਰ ਦੇ ਉੱਤੇ ਮਨੀਪੁਰ ਔਰ ਨਾਗਾਲੈਂਡ ਔਰ ਹਰਿਆਣੇ ਦੇ ਵਿੱਚ ਜੋ ਹੋਇਆ ਉਹ ਜ਼ਰੂਰ ਦੇਖਣ ਨੂੰ ਮਿਲੇਗਾ। ਸੁਰਿੰਦਰ ਜੀ, ਬਿਲਕੁਲ ਪ੍ਰੋਫੈਸਰ ਸਾਹਿਬ ਤੁਸੀਂ ਮੇਰੇ ਨਾਲ ਜੁੜੇ ਤੇ ਆਪਦੀ ਬੇਬਾਕ ਰਾਏ ਰੱਖੀ, ਬਹੁਤ ਬਹੁਤ ਧੰਨਵਾਦ ਮੇਰੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਕਹਿ ਰਹੇ ਸੀ ਪ੍ਰੋਫੈਸਰ ਜਗਮੋਹਨ ਸਿੰਘ ਜੀ, ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਡ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।